GNU प्यारे विद्यार्थियों 12th क्लास ਦੀ ਇੰਗਲਿਸ਼ ਦੀ ਬੁੱਕ ਰੇਨਬੋ ਆਫ ਇੰਗਲਿਸ਼ ਸੈਕਸ਼ਨ ਹੈ ਲੈਸਨ ਨੰਬਰ 3 ਥਿੰਕਿੰਗ ਆਊਟ ਆਫ ਦੀ ਬਾਕਸ ਲਿਟਰਲ ਥਿੰਕਿੰਗ। ਇਸ ਲੈਸਨ ਦੀ ਰੀਡਿੰਗ ਐਂਡ ਐਕਸਪਲੇਨੇਸ਼ਨ ਦੀ ਦੂਸਰੀ ਅਤੇ ਆਖਰੀ ਕਿਸ਼ਤ ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ। ਸੋ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਸੁਣੋ ਅਤੇ ਦੇਖੋ ਅਤੇ ਜਿਹੜੇ ਸ਼ਬਦ ਵਿੱਚ ਔਖੇ ਆਣਗੇ ਉਹਨਾਂ ਦੇ ਅਰਥ ਦੱਸੇ ਜਾਣਗੇ, ਉਹਨਾਂ ਨੂੰ ਨੋਟ ਕਰ ਲਓ, ਉਹਨਾਂ ਦੇ ਅਰਥ ਵੀ ਨੋਟ ਡਾਊਨ ਕਰ ਲਓ ਪੰਜਾਬੀ ਦੇ ਵਿੱਚ ਤੇ ਬਾਅਦ ਵਿੱਚੋਂ ਇਹਨਾਂ ਸ਼ਬਦਾਂ ਦੇ ਸਪੈਲਿੰਗ ਤੇ ਅਰਥਾਂ ਨੂੰ ਚੰਗੀ ਤਰ੍ਹਾਂ ਕੰਠ ਕਰ ਲਓ। ਸੋ ਸ਼ੁਰੂ ਕਰੀਏ। ਅ ਮਿਲੀਅਨੇਅਰ, ਅਸੀਂ ਆਖਰੀ ਇੱਥੇ ਛੱਡਿਆ ਸੀਗਾ ਕਿ ਹੇਅਰ ਇਜ਼ ਅਨਦਰ ਸਟੋਰੀ that illustrates the use of lateral thinking। ਠੀਕ ਹੈ, ਸੋ ਦੂਜੀ ਸਟੋਰੀ ਇਧਰੋਂ ਸ਼ੁਰੂ ਹੁੰਦੀ ਹੈ। ਕਹਿੰਦੇ ਮਿਲੀਅਨੇਅਰ ਹੁੰਦਾ ਬੱਚਿਓ, 1 ਮਿਲੀਅਨ ਹੁੰਦਾ ਹੈ 10 to raise power 6। ਇੱਕ ਦੇ ਨਾਲ 6 ਸਿਫਰ ਲਾ ਦਿਓ, ਅਰਥਾਤ ਦੇਸੀ ਬੋਲੀ ਵਿੱਚ ਅਸੀਂ ਕਹਿੰਦੇ ਹਾਂ 1 ਮਿਲੀਅਨ ਇਜ਼ ਇਕੁਅਲ ਟੂ 10 lakhs। 10 ਲੱਖ ਦਾ 1 ਮਿਲੀਅਨ ਹੁੰਦਾ ਹੈ। ਸੋ ਅ ਮਿਲੀਅਨੇਅਰ ਮੈਨੇ ਲੱਖਪਤੀ ਕਹਿ ਸਕਦੇ ਹਾਂ ਆਪਾਂ। ਨੇਮਡ ਥੋਮਸ walked into a popular bank। ਪਪੂਲਰ ਮੈਨੇ ਹਰਮਨ ਪਿਆਰਾ, ਮੰਨਿਆ ਪ੍ਰਮੰਨਿਆ, ਜਾਣਿਆ ਮਾਣਿਆ ਜਾਂਦਾ ਬੈਂਕ। ਇਨ ਦੀ ਮਿਡਲ ਆਫ ਨਿਊਯਾਰਕ ਸਿਟੀ, ਨਿਊਯਾਰਕ ਸ਼ਹਿਰ ਦੇ ਵਿਚਕਾਰ ਇੱਕ ਮੰਨੇ ਪ੍ਰਮੰਨੇ ਬੈਂਕ ਦੇ ਵਿੱਚ ਆਪਣਾ ਇੱਕ ਲੱਖਪਤੀ ਥੋਮਸ ਨਾਮ ਦਾ ਗਿਆ। ਐਂਡ ਰਿਕੁਐਸਟਡ, ਅਤੇ ਬੇਨਤੀ ਕੀਤੀ, ਟੂ ਸਪੀਕ ਟੂ ਅ ਲੋਨ ਆਫਿਸਰ। ਲੋਨ ਹੁੰਦਾ ਕਰਜ਼ਾ, ਲੋਨ ਆਫਿਸਰ ਉਹ ਅਫਸਰ ਜਿਹੜਾ ਕਰਜ਼ੇ ਦੇਣ ਦੀ ਜਿਹਨੂੰ ਜ਼ਿੰਮੇਵਾਰੀ ਹੁੰਦੀ ਹੈ, ਉਹਨਾਂ ਨਾਲ ਗੱਲ ਕਰਨ ਦੀ ਉਹਨੇ ਬੇਨਤੀ ਕੀਤੀ। ਹੀ ਡਿਡ ਨਾਟ ਇਨਫੋਰਮ ਦੀ ਸਟਾਫ ਆਫ ਹਿਸ ਇਮੈਂਸ ਰਿਚਿਸ। ਰਿਚਿਸ ਮੈਨੇ ਹੁੰਦੇ ਪੈਸਾ, ਅਮੀਰੀ, ਇਮੈਂਸ ਮੈਨੇ ਬਹੁਤ ਜ਼ਿਆਦਾ। ਉਹਨੇ ਸਟਾਫ ਨੂੰ ਆਪਣੀ ਅੱਤ ਦੀ ਅਮੀਰੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਬਟ ਹੀ ਸਿੰਪਲੀ ਸੈਡ, ਬਸ ਉਹਨੇ ਸਿਰਫ ਇੰਨਾ ਹੀ ਕਿਹਾ, ਸਿੰਪਲੀ ਮੈਨੇ ਇੰਨਾ ਹੀ ਕਿਹਾ, ਸਿਰਫ ਇੰਨੀ ਗੱਲ ਕੀਤੀ, that he was going away on business for a few weeks, ਕਿ ਉਹ ਕੁਝ ਹਫ਼ਤਿਆਂ ਲਈ ਦੂਰ ਕਿਤੇ ਕੰਮ ਤੇ ਜਾ ਰਿਹਾ ਸੀ। ਟੂ ਅਨਦਰ ਕੰਟਰੀ, ਕਿਸੇ ਦੂਜੇ ਦੇਸ਼ ਵਿੱਚ। ਐਂਡ ਨੀਡਿਡ ਟੂ ਬੋਰੋ, ਅਤੇ ਬੋਰੋ ਹੁੰਦਾ ਉਧਾਰ ਲੈਣਾ। ਨੀਡਿਡ ਨੂੰ ਲੋੜ ਸੀ, ਉਹਨੂੰ ਉਧਾਰ ਲੈਣ ਦੀ ਲੋੜ ਸੀ। ਅ ਸਮॉल ਸਮ ਆਫ ਮਨੀ, ਥੋੜੇ ਜਿਹੇ ਪੈਸਿਆਂ ਦੀ। ਕਿੰਨੇ? $5000। ਬੈਂਕਸ ਬੀਇੰਗ ਬੈਂਕਸ, ਬੈਂਕ ਤੇ ਫਿਰ ਬੈਂਕ ਹੀ ਹੁੰਦੇ ਨੇ। ਦੇ ਇਮੀਡੀਏਟਲੀ ਆਸਕ ਫॉर ਸਿਕਿਉਰਿਟੀ ਔਨ ਦੀ ਲੋਨ, ਉਹਨਾਂ ਨੇ ਉਸ ਕਰਜ਼ੇ ਦੇ ਉੱਤੇ ਯਕਦਮ ਕੋਈ ਚੀਜ਼ ਗਿਰਵੀ ਰੱਖਣ ਲਈ, ਸਿਕਿਉਰਿਟੀ ਹੁੰਦੀ ਵੀ ਉਹਦੇ ਵੱਟੇ ਤੂੰ ਸਾਨੂੰ ਕੀ ਆਪਣੀ ਚੀਜ਼ ਪਲੈਜ ਕਰੇਗਾ। ਜਿੱਦਾਂ ਹੁੰਦਾ ਨਾ ਬੰਦਾ ਕਹਿੰਦਾ ਲਓ ਜੀ ਇਹ ਮੇਰਾ ਹਾਰ ਰੱਖ ਲਵੋ, ਜਾਂ ਇਹ ਮੇਰੀਆਂ ਟੁੰਬਾਂ ਰੱਖ ਲਵੋ ਤੇ ਮੈਨੂੰ ਇੰਨੇ ਪੈਸੇ ਦੇ ਦੇਵੋ, ਜਾਂ ਇਹ ਮੇਰੇ ਘਰ ਦੇ ਪੇਪਰ ਰੱਖ ਲਓ ਤੇ ਮੈਨੂੰ ਇੰਨੇ ਲੱਖ ਰੁਪਇਆ ਦੇ ਦੇਵੋ, ਹਨਾ। ਫਿਰ ਉਹਨੇ ਕਿਹਾ ਵੀ ਤੂੰ $5000 ਚਾਹੀਦਾ ਹੈ ਤੇ ਤੂੰ ਇਹਦੇ ਵੱਟੇ ਸਾਨੂੰ ਕੀ ਦੇਗਾ, ਸਿਕਿਉਰਿਟੀ ਅਰਥਾਤ ਗਿਰਵੀ ਕਿਹੜੀ ਚੀਜ਼ ਰੱਖੇਗਾ। ਤੇ ਬੈਂਕ ਦੇ ਆਖਿਰ ਬੈਂਕ ਹੁੰਦੇ ਨੇ। ਤੇ ਇਮੀਡੀਏਟਲੀ ਆਸਕ ਫॉर ਸਿਕਿਉਰਿਟੀ ਔਨ ਦੀ ਲੋਨ। ਥੋਮਸ ਪੁਆਇੰਟਡ ਆਊਟ ਆਫ ਦੀ ਵਿੰਡੋ, ਪੁਆਇੰਟ ਆਊਟ ਹੁੰਦਾ ਵੀ ਉਂਗਲ ਦੇ ਨਾਲ ਜਿੱਦਾਂ ਉਹਨੇ ਇਸ਼ਾਰਾ ਕੀਤਾ, ਖਿੜਕੀ ਦੇ ਬਾਹਰ ਇਸ਼ਾਰਾ ਕੀਤਾ, ਕਿਹਦੇ ਵੱਲ? ਟੂ ਦੀ ਸ਼ਾਈਨੀ ਨਿਊ ਫਰਾਰੀ, ਚਮਕਦੀ ਨਵੀਂ ਫਰਾਰੀ, ਪਾਰਕਡ ਰਾਈਟ ਇਨ ਫਰੰਟ ਆਫ ਦੀ ਬੈਂਕ, ਜਿਹੜੀ ਐਨ ਬੈਂਕ ਦੇ ਮੂਹਰੇ ਖੜੀ ਸੀ। ਉਹਨੇ ਖਿੜਕੀ ਦੇ ਵਿੱਚੋਂ ਬਾਹਰ ਆਪਣੀ ਉਸ ਲਿਸ਼ਕਦੀ ਚਮਕਦੀ ਨਵੀਂ ਫਰਾਰੀ ਵੱਲ ਇਸ਼ਾਰਾ ਕੀਤਾ। ਕਹਿੰਦਾ ਇਹ $5000 ਮੈਨੂੰ ਜਿਹੜਾ ਤੁਸੀਂ ਕਰਜ਼ਾ ਦੇਣਾ ਹੈ, ਉਹਦੇ ਬਦਲੇ ਤੁਸੀਂ ਇਹ ਕਾਰ ਤੁਹਾਡੇ ਹਵਾਲੇ। ਹੀ ਟੁੱਕ ਦੀ ਟਾਈਟਲ, ਟਾਈਟਲ ਹੁੰਦਾ ਬੱਚਿਓ, ਟਾਈਟਲ ਮੈਨੇ ਇੱਕ ਤਾਂ ਮਤਲਬ ਸਿਰਲੇਖ ਹੁੰਦਾ, ਇੱਕ ਹੁੰਦਾ ਮਲਕੀਅਤ ਦੇ ਪੇਪਰ, ਵੀ ਉਹਨੇ ਜਿਹੜੀ ਉਹ ਆਪਣੀ ਕਾਗਜ਼ ਦਿਖਾਏ ਉਹਦੀ ਮਲਕੀਅਤ ਦੇ, ਜਿਹੜੀ ਕਾਰ ਦੀ, ਵੀ ਮੈਂ ਕਾਰ ਦਾ ਮਾਲਿਕ ਹੈਗਾ, ਰਜਿਸਟਰੀ ਵਗੈਰਾ ਜੋ ਵੀ ਹੋਣੀ ਹੈ, ਹੋਰ ਪੇਪਰ ਵਰਕ ਦਿਖਾਇਆ, ਲਾਇਸੈਂਸ ਵਗੈਰਾ ਸਭ ਦਿਖਾਇਆ। ਐਂਡ ਕੀਜ਼, ਅਤੇ ਉਹਦੀ ਚਾਬੀ ਦਿੱਤੀ। ਆਊਟ ਆਫ ਹਿਸ ਪਾਕਟ, ਆਪਣੀ ਜੇਬ ਚੋਂ ਬਾਹਰ ਕੱਢੀਆਂ। ਐਂਡ ਸਲੈਪ them ਡਾਊਨ ਔਨ ਦੀ ਕਾਊਂਟਰ। ਕਾਊਂਟਰ ਹੁੰਦਾ ਬੱਚਿਓ ਇੱਕ ਸ਼ੈਲਫ ਜੀ, ਜਿਹੜਾ ਟੇਬਲ ਨਹੀਂ ਹੁੰਦਾ ਜਿੱਥੇ ਅਸੀਂ ਕੂਣੀਆਂ ਰੱਖ ਕੇ ਗੱਲ ਕਰਦੇ ਹਾਂ। ਦੂਜੇ ਪਾਸੇ ਉਹ ਜਿਹੜੇ ਪਬਲਿਕ ਸਰਵੈਂਟ ਹੁੰਦੇ ਨੇ, ਮੁਲਾਜ਼ਮ ਹੁੰਦੇ ਨੇ, ਤੇ ਇਸ ਪਾਸੇ ਗਾਹਕ ਹੁੰਦਾ, ਤੇ ਵਿੱਚ ਇੱਕ ਸ਼ੈਲਫ ਜੀ, ਇੱਕ ਟੇਬਲ ਜਿਹਾ ਰੱਖਿਆ ਹੁੰਦਾ, ਉਹਨੂੰ ਕਾਊਂਟਰ ਕਹਿ ਦਿੰਦੇ ਆ ਆਪਾਂ। ਠੀਕ ਹੈ, ਦੁਕਾਨਾਂ ਦੇ ਮਾਰ ਵੀ ਹੁੰਦਾ, ਦਫ਼ਤਰਾਂ ਦੇ ਬਾਹਰ ਵੀ ਹੁੰਦਾ। ਕਹਿੰਦੇ ਉਹਨੇ ਵਗਾ ਕੇ ਉੱਤੇ ਚਾਬੀ ਤੇ ਕਾਗਜ਼ ਤੇ ਸਭ ਕੁਝ ਉਹਨੇ ਰੱਖਿਆ, ਮਾਰਿਆ। ਲਾਈਕ ਅ ਮੈਨ ਔਨ ਅ ਮਿਸ਼ਨ, ਜਿਵੇਂ ਕਿ ਕੋਈ ਮਨੁੱਖ ਆਪਣੀ ਕਿਸੇ ਮੁਹਿੰਮ ਤੇ ਤੁਰਿਆ ਹੋਏ ਤੇ ਉਹ ਕਹਿੰਦਾ ਲਓ ਫੜੋ ਜੀ, ਹੈ ਮੈਂ ਇੱਕ ਜ਼ਰੂਰੀ ਕੰਮ ਨੂੰ ਜਾਣਾ। ਜਿੱਦਾਂ ਬਹੁਤ ਬੰਦਾ ਮਿਸ਼ਨ ਤੇ ਵੀ ਬਹੁਤ ਕਿਸੇ ਕੰਮ 'ਚ ਰੁੱਝਿਆ ਹੋਇਆ, ਕਿਸੇ ਬੜੇ ਮਹੱਤਵਪੂਰਨ ਕੰਮ ਨੂੰ ਜਾ ਰਿਹਾ, ਤੇ ਇਸ ਕਰਕੇ ਉਹਨੂੰ ਇਸ ਗੱਲ ਦੀ ਕੋਈ ਫਰਾਰੀ ਦੀ ਕੋਈ ਉਹਨੀ ਪਰਵਾਹ ਨਹੀਂ। ਕਹਿੰਦੇ ਇਹ ਫੜੋ ਚਾਬੀ, ਇਹ ਫੜੋ ਇਹ ਕਾਗਜ਼ ਤੇ ਰੱਖੋ, ਤੇ ਉਹਨੂੰ $5000 ਦਿਓ। ਦੀ ਸਟਾਫ ਵੈਂਟ ਟੂ ਵਰਕ ਚੈਕਿੰਗ ਆਊਟ ਦੀ ਵੈਲਿਡਿਟੀ ਆਫ ਹਿਸ ਓਨਰਸ਼ਿਪ। ਜਿਹੜਾ ਸਟਾਫ ਸੀਗਾ ਉਹ ਸਾਰੇ ਕੰਮ ਵਿੱਚ ਲੱਗ ਪਿਆ, ਕੀ ਕਰਨ? ਚੈੱਕ ਕਰਨ। ਵੈਲਿਡਿਟੀ ਹੁੰਦੀ ਹੈ ਵੀ ਉਹਦੀ ਵੈਧਤਾ, ਵੀ ਉਹਦੀ ਜਾਇਜ਼ਾ, ਵੀ ਉਹ ਕਿੰਨੇ ਉਹਦੇ ਪੇਪਰ ਜਾਇਜ਼ ਨੇ, ਵੀ ਨਕਲੀ ਤੇ ਨਹੀਂ ਹੈਗੇ, ਜਾਲੀ ਤੇ ਨਹੀਂ ਹੈਗੇ। ਓਨਰਸ਼ਿਪ ਮੈਨੇ ਉਹਦੀ ਜਿਹੜੀ ਉਹਦੀ ਮਲਕੀਅਤ ਦੇ ਕਾਗਜ਼ ਨੇ ਉਹ ਸਹੀ ਹੈਗੇ ਕਿ ਨਹੀਂ ਹੈਗੇ।
ਐਂਡ ਸ਼ੋਰ ਇਨਫ ਦਾ ਮਤਲਬ ਹੁੰਦਾ ਬੱਚਿਓ ਜਿਵੇਂ ਕਿ ਆਸ ਕੀਤੀ ਜਾ ਸਕਦੀ ਸੀਗੀ ਜਾਂ ਜਿਵੇਂ ਕਿ ਹੋਣਾ ਸੀ, ਐਵਰੀਥਿੰਗ ਵਾਸ ਚੈੱਕਡ ਆਊਟ, ਹਰ ਚੀਜ਼ ਚੈੱਕ ਕਰ ਲਈ ਗਈ ਤੇ ਸਭ ਚੀਜ਼ ਦੁਰਸਤ ਸੀਗੀ। ਐਂਡ ਆਫ ਕੋਰਸ ਕਹਿੰਦੇ ਅਤੇ ਬਿਲਕੁਲ ਪੱਕੀ ਗੱਲ ਹੈ, ਵਿਚ ਬੈਂਕ ਵਾਜ਼ ਗੋਇੰਗ ਟੂ ਟਰਨ ਡਾਊਨ $250,000। ਹੁਣ ਬੱਚੋ ਕੁਆਟਰ ਕੀ ਹੁੰਦਾ, ਚੱਪਾ, ਇੱਕ ਚੌਥਾਈ, ਤੇ $1 ਮਿਲੀਅਨ ਕੀ ਹੁੰਦਾ, $10 ਲੱਖ। ਤੇ 10 ਲੱਖ ਦਾ ਚੱਪਾ ਕੀ ਹੋ ਜਾਏਗਾ, $2.5 ਲੱਖ। ਕਹਿੰਦੇ ਆਫ ਕੋਰਸ, ਤੇ ਕਹਿੰਦੇ ਨਾਲੇ ਇਹ ਗੱਲ ਪੱਕੀ ਹੈਗੀ ਹੈ ਵੀ ਕਿਹੜਾ ਬੈਂਕ ਹੈਗਾ ਜਿਹੜਾ $2.5 ਲੱਖ ਦੀ ਜਿਹੜੀ ਚੀਜ਼ ਗਿਰਵੀ ਰੱਖੀ ਜਾ ਰਹੀ ਹੈ ਉਹਦੇ ਵੱਟੇ ਸਿਰਫ ਮਨੇ ਮਸਾਂ $5,000 ਦਾ ਲੋਨ ਨਹੀਂ ਦੇਗਾ। ਮਤਲਬ ਕਿ ਦੇਖੋ ਨਾ ਕਿੰਨੀ ਵੱਡੀ ਗੱਲ ਹੈ, ਉਹਨੂੰ ਚਾਹੀਦੇ ਨੇ $5,000, ਤੇ $5,000 ਦੇ ਪਿੱਛੇ ਆਪਣੀ ਕੋਈ ਮੁੰਦੀ ਦੇ ਸਕਦਾ ਸੀਗਾ ਸੋਨੇ ਦੀ, ਕੋਈ ਹਾਰ ਦੇ ਸਕਦਾ ਸੀਗਾ, ਕੋਈ ਹੋਰ ਆਪਣੇ ਕੋਈ ਗਹਿਣਾ ਜਾਂ ਕੋਈ ਹੋਰ ਕੀਮਤੀ ਚੀਜ਼ ਦੇ ਸਕਦਾ ਸੀਗਾ $5,000, ਪਰ ਉਹ ਕੀ ਦੇ ਰਿਹਾ, $2.5 ਲੱਖ ਦੀ ਫਰਾਰੀ ਛੱਡ ਕੇ ਜਾ ਰਿਹਾ। ਤੇ ਕਹਿੰਦੇ ਐਂਡ ਆਫ ਕੋਰਸ, ਤੇ ਕਹਿੰਦੇ ਇਹ ਤੇ ਗੱਲ ਪੱਕੀ ਯਕੀਨੀ ਹੈ ਕਿ ਕਿਹੜਾ ਬੈਂਕ ਐਸਾ ਹੈਗਾ ਜਿਹੜਾ $2.5 ਲੱਖ ਦੀ ਜਿਹੜੀ ਕੋਲੈਟਰਲ ਵੀ ਪਿੱਛੇ ਉਹੀ ਹੁੰਦਾ ਇੱਕ ਕਿਸਮ ਦੀ ਜਿੱਦਾਂ ਬੰਦੀ ਚੀਜ਼ ਜਿਹੜੀ ਚੀਜ਼ ਗਹਿਣੇ ਰੱਖੀ ਜਾਂਦੀ ਹੈ, ਇਹ $2.5 ਲੱਖ ਦੀ ਗਹਿਣੇ ਰੱਖਣ ਵਾਲੀ ਜਿਹੜੀ ਚੀਜ਼ ਹੈ ਉਹਨੂੰ ਸਿਰਫ $5,000 ਦੇ ਕਰਜ਼ੇ ਦੇ ਪਿੱਛੇ ਕਿਹੜਾ ਬੈਂਕ ਜਿਹੜਾ ਨਾ ਕਰੇਗਾ। ਸੋ ਥੋਮਸ ਲੈਫਟ ਦੀ ਬੈਂਕ ਵਿਦ ਹਿਸ $5,000। ਸੋ ਜਿਹੜਾ ਥੋਮਸ ਸੀਗਾ ਉਹਨੇ ਆਪਣੇ $5,000 ਲਏ, ਬੈਂਕ ਚੋਂ ਚਲਾ ਗਿਆ, ਐਂਡ ਦੀ ਬੈਂਕ EMPLOYEE ਟੁਕ ਥੋਮਸ ਕੀਜ਼, ਤੇ ਜਿਹੜਾ ਬੈਂਕ ਦੇ ਜਿਹੜੇ EMPLOYEE ਸੀਗਾ ਉਹਦਾ ਮੁਲਾਜ਼ਮ ਸੀ, ਉਹਨੇ ਥੋਮਸ ਦੀਆਂ ਚਾਬੀਆਂ ਲਈਆਂ, ਐਂਡ ਡਰੋਵ ਦੀ ਬ੍ਰੈਂਡ ਨਿਊ ਫਰਾਰੀ ਡਾਊਨ ਇਨਟੂ ਦੀ ਬੈਂਕਸ ਅੰਡਰਗਰਾਊਂਡ ਗਰਾਜ, ਅਤੇ ਉਸ ਫਰਾਰੀ ਨੂੰ ਚਲਾ ਕੇ ਬੈਂਕ ਦੇ ਜਿਹੜੀ ਜ਼ਮੀਨ ਤੋਂ ਥੱਲੜੀ ਜਿਹੜੀ ਮੰਜ਼ਿਲ ਹੁੰਦੀ ਹੈ ਅੰਡਰਗਰਾਊਂਡ ਹੁੰਦੀ ਹੈ ਉਸ ਗਰਾਜ ਦੇ ਵਿੱਚ ਉਹਨੂੰ ਗੱਡੀ ਨੂੰ ਲੈ ਗਿਆ। ਹੀ ਐਸ਼ੋਰਡ ਥੋਮਸ, ਉਹਨੇ ਥੋਮਸ ਨੂੰ ਯਕੀਨ ਦਿਵਾਇਆ, ਐਸ਼ੋਰਡ ਹੁੰਦਾ ਯਕੀਨ ਦਿਵਾਉਣਾ, ਤਸੱਲੀ ਦਿਵਾਉਣੀ, ਉਹਨੇ ਥੋਮਸ ਨੂੰ ਯਕੀਨ ਦਿਵਾਇਆ ਦੈਟ ਇਟ ਵੁੱਡ ਬੀ ਪਰਫੈਕਟਲੀ ਸੇਫ, ਕਿ ਉੱਥੇ ਪੂਰੀ ਤਰ੍ਹਾਂ ਪਰਫੈਕਟਲੀ ਉਹਨੇ ਪੂਰੀ ਤੌਰ ਤੇ ਸੇਫ ਨੇ ਸੁਰੱਖਿਅਤ ਰਹੇਗੀ ਡਾਊਨ ਦੇਅਰ, ਉੱਥੇ ਥੱਲੇ ਗਰਾਜ ਦੇ ਵਿੱਚ। ਥੋਮਸ ਦੈਨ ਲੈਫਟ ਦੀ ਬੈਂਕ, ਥੋਮਸ ਨੇ ਫਿਰ ਬੈਂਕ ਤੋਂ ਚਲਾ ਗਿਆ, ਐਂਡ ਕੌਟ ਹਿਸ ਫਲਾਈਟ ਟੂ ਹਿਸ ਫਾਰ ਅਵੇ ਲੈਂਡ, ਤੇ ਜਿਹੜੇ ਦੂਰ ਦਰਾੜ ਉਹਨੇ ਜਿਹੜੇ ਦੇਸ਼ ਜਾਣਾ ਸੀਗਾ ਉੱਥੇ ਜਾਣ ਲਈ ਉਹਨੇ ਆਪਣੀ ਕੌਟ ਹਿਸ ਫਲਾਈਟ, ਉਹਨੇ ਉਹਦੀ ਫਲਾਈਟ ਫੜ ਲਈ, ਉਹਨੇ ਹਵਾਈ ਜਹਾਜ਼ ਫੜ ਲਿਆ। ਐਨੀਵੇ ਜੋ ਵੀ ਹੈ 2 weeks went by, 2 ਹਫ਼ਤੇ ਲੰਘ ਗਏ, ਐਂਡ ਸ਼ੋਰ ਇਨਫ, ਤੇ ਜਿਵੇਂ ਕਿ ਆਸ ਕੀਤੀ ਜਾ ਸਕਦੀ ਸੀ, ਸ਼ੋਰ ਇਨਫ ਦਾ ਮਤਲਬ ਹੁੰਦਾ ਜਿਵੇਂ ਕਿ ਆਸ ਕੀਤੀ ਜਾ ਸਕਦੀ ਸੀ, ਦੀ ਬੈਂਕ ਓਪਨਡ ਮੰਡੇ ਮਾਰਨਿੰਗ ਟੂ ਸੀ ਥੋਮਸ ਸਟਰੋਲ ਇਨ, ਤੇ ਬੈਂਕ ਨੇ ਦੇਖਿਆ ਕਿ ਸੋਮਵਾਰ ਦੀ ਸਵੇਰ ਜਦੋਂ ਉਹਨਾਂ ਨੇ ਬੈਂਕ ਖੋਲ੍ਹਿਆ ਤੇ ਉਹਨਾਂ ਨੇ ਦੇਖਿਆ ਕਿ ਜਿਹੜਾ ਥੋਮਸ ਹੈਗਾ ਉਹ ਟਹਿਲਦਾ ਹੋਇਆ ਅੰਦਰ ਆ ਰਿਹਾ, ਐਂਡ ਸਲੈਪ ਦੀ $5,000 he had borrowed back on the counter, ਜਿਹੜੇ $5,000 ਉਹਨੇ ਲਏ ਸੀ ਉਹਨੇ ਕਾਊਂਟਰ ਉੱਤੇ ਤਾਂ ਚੱਕ ਕੇ ਮਾਰੇ, ਵੀ ਆ ਲਓ ਜੀ ਆਪਣੇ $5,000 ਪਲੱਸ ਦੀ ਇੰਟਰਸਟ, ਤੇ ਨਾਲ ਹੀ ਉਹਦਾ ਵਿਆਜ ਵਿਚ ਵਾਜ਼ ਅਰਾਊਂਡ $15, ਇਹ 2 ਹਫ਼ਤੇ ਦਾ ਜਿਹੜਾ ਵਿਆਜ ਸੀਗਾ $5,000 ਦੇ ਉੱਤੇ $15 ਦਾ ਵਿਆਜ, ਤੇ ਇਹ ਫੜੋ, ਕਹਿੰਦਾ ਇਹ ਫੜੋ ਜੀ ਤੁਹਾਡੇ $5,000 ਤੇ ਮੇਰੀ ਫਰਾਰੀ ਮੋੜੋ। The loan officer asked for the car to be brought around to the front of the bank, ਜਿਹੜਾ ਲੋਨ ਅਫਸਰ ਸੀਗਾ ਕਰਜ਼ਾ ਦੇਣ ਵਾਲਾ ਅਫਸਰ, ਉਹਨੇ ਫਿਰ ਮੁਲਾਜ਼ਮ ਨੂੰ ਕਿਹਾ ਵੀ ਕਾਰ ਜਿਹੜੀ ਹੈ ਉਹ ਬੈਂਕ ਦੇ ਮੋਹਰੇ ਲਿਆ ਕੇ ਰੱਖੀ ਜਾਵੇ, ਐਂਡ ਦੈਨ ਆਸਕਡ ਥੋਮਸ ਅ ਕੁਐਸਚਨ, ਤੇ ਫਿਰ ਉਹਨੇ ਥੋਮਸ ਨੂੰ ਇੱਕ ਸਵਾਲ ਪੁੱਛਿਆ, ਕਹਿੰਦੇ ਆਵਰ ਬੈਂਕ ਪ੍ਰਾਈਡਸ ਇਟਸੈਲਫ ਇਨ ਡਿਟੇਲਸ ਐਂਡ ਕਸਟਮਰ ਸਰਵਿਸਿਜ਼, ਕਸਟਮਰ ਸਰਵਿਸਿਜ਼ ਦਾ ਮਤਲਬ ਹੁੰਦਾ ਵੀ ਗਾਹਕ ਨੂੰ ਦਿੱਤੀ ਜਾਣ ਵਾਲੀਆਂ ਸੇਵਾਵਾਂ, ਤੇ ਡਿਟੇਲਸ ਹੁੰਦੇ ਨੇ ਬਰੀਕੀਆਂ, ਕਹਿੰਦੇ ਸਾਡਾ ਜਿਹੜਾ ਬੈਂਕ ਹੈਗਾ ਉਹ ਗ੍ਰਾਹਕਾਂ ਨੂੰ ਦੇਣ ਵਾਲੀਆਂ ਸੇਵਾਵਾਂ ਵਿੱਚ ਅਤੇ ਅੱਤ ਦੀ ਬਰੀਕੀ ਵਿੱਚ ਜਾਣ ਵਿੱਚ ਪੂਰੇ ਡਿਟੇਲ ਪੂਰੇ ਗੱਲ ਦੇ ਵੇਰਵੇ ਵਾਸਤੇ ਅਸੀਂ ਇੱਥੇ ਮਾਣ ਮਹਿਸੂਸ ਕਰਦਾ ਹੈ ਵੀ ਅਸੀਂ ਇਸ ਗੱਲ 'ਤੇ ਬੜਾ ਫਖਰ ਕਰਦੇ ਹਾਂ ਵੀ ਅਸੀਂ ਜਿਹੜੀਆਂ ਗ੍ਰਾਹਕਾਂ ਨੂੰ ਸੇਵਾ ਦਿੰਦੇ ਹਾਂ ਉਹ ਬੜੀਆਂ ਵਧੀਆ ਨੇ, ਉਹ 'ਚ ਕੋਈ ਅਸੀਂ ਉਲਾਮਾ ਨਹੀਂ ਆਉਣ ਦਿੰਦੇ, ਅਤੇ ਜਿਹੜੀ ਅਸੀਂ ਹਰ ਗੱਲ ਨੂੰ ਬੜੀ ਬਰੀਕੀ ਦੇ ਨਾਲ ਪਰਖਦੇ ਹਾਂ, ਡਿਟੇਲਸ ਵਿੱਚ ਜਾਂਦੇ ਹਾਂ, ਅਰਥਾਤ ਡੂੰਘਾਈ ਤੱਕ ਜਾਂਦੇ ਹਾਂ। ਹੀ ਸੈਡ, ਉਹਨੇ ਕਿਹਾ, ਐਂਡ ਵਾਈਲ ਯੂ ਆਰ ਅਵੇ, ਤੇ ਕਹਿੰਦੇ ਜਦੋਂ ਤੁਸੀਂ ਗਏ ਹੋਏ ਸੀ, ਪ੍ਰਦੇਸ਼ ਗਏ ਹੋਏ ਸੀ, ਵੀ ਡਿਡ ਅ ਬੈਕਗਰਾਊਂਡ ਚੈੱਕ, ਅਸੀਂ ਤੁਹਾਡੀ ਪਿੱਠ ਭੂਮੀ ਦਾ ਪੜਤਾਲ ਕੀਤੀ, ਬੈਕਗਰਾਊਂਡ ਚੈੱਕ ਹੁੰਦਾ ਵੀ ਤੁਹਾਡਾ ਦੇਖੀ ਤੁਹਾਡਾ ਪਿਛੋਕੜ ਕੀ ਹੈ, ਤੁਹਾਡੇ ਪਿਛੋਕੜ ਦਾ ਅਸੀਂ ਪੜਤਾਲ ਕੀਤੀ, ਕਹਿੰਦੇ ਇਟਸ ਰੂਟੀਨ, ਕਹਿੰਦੇ ਸਿਰਫ ਤੁਹਾਡੇ ਲਈ ਨਹੀਂ, ਇਹ ਰੂਟੀਨ ਹੈ, ਅਸੀਂ ਹਰ ਕਸਟਮਰ ਨੂੰ ਜਿਹਨੂੰ ਅਸੀਂ ਕਰਜ਼ਾ ਦਿੰਦੇ ਹਾਂ ਉਹਦਾ ਅਸੀਂ ਪਿੱਛੇ ਕ੍ਰੀਡੈਂਸ਼ੀਅਲਸ ਉਹਦੀ ਪੁੱਛ ਪੜਤਾਲ ਕਰਦੇ ਹਾਂ, ਬੰਦਾ ਕੌਣ ਹੈ, ਕੀ ਕਰਦਾ ਹੈ, ਕਿੱਥੇ ਰਹਿੰਦਾ ਹੈ, ਇਹਦੀ ਕੀ ਹਾਲਤ ਹੈਗੀ ਹੈ, ਇਹਦੀ ਵਿੱਤੀ ਹਾਲਤ ਕੀ ਹੈ, ਇਹਦਾ ਮਤਲਬ ਕਿ
ਹੋਰ ਕੋਈ ਇਹਦਾ ਕਿਤੇ ਕੋਈ ਕਾਨੂੰਨ ਦੇ ਹਿਸਾਬ ਨਾਲ ਇਹ ਤੇ ਬੱਚੇ ਸਾਰੇ ਬੈਂਕ ਇਹ ਕੰਮ ਕਰਦੇ ਨੇ, ਕਹਿੰਦੇ ਇਟਸ ਰੂਟੀਨ ਮੰਡੇ ਵੀ ਇਹ ਰੋਜ਼ ਕੀਤੇ ਜਾਣ ਵਾਲਾ ਕੰਮ ਹੈ, ਅਸੀਂ ਹਰ ਇੱਕ ਨਾਲ ਇਦਾਂ ਕਰਦੇ ਹਾਂ। ਐਂਡ ਡਿਸਕਵਰਡ, ਅਤੇ ਪਤਾ ਲਗਾਇਆ, ਯੂ ਆਰ ਐਕਚੁਅਲੀ ਵਨ ਆਫ ਦੀ ਵੈਲਦੀਐਸਟ ਮੈਨ ਇਨ ਅਮਰੀਕਾ, ਵੀ ਤੁਸੀਂ ਤੇ ਅਸਲ ਵਿੱਚ ਅਮਰੀਕਾ ਦੇ ਜਿਹੜੇ ਸਭ ਤੋਂ ਅਮੀਰ ਲੋਕ ਨੇ ਉਹਨਾਂ ਵਿੱਚੋਂ ਇੱਕ ਹੈਗੇ ਹੋ। ਵਾਈ ਔਨ ਅਰਥ, ਹੁਣ ਬੱਚੇ ਆ ਲਿਖ ਲਓ, ਵਾਈ ਔਨ ਅਰਥ, ਹਾਊ ਔਨ ਅਰਥ, ਵਟ ਔਨ ਅਰਥ। ਜਿੱਦੇ ਬੰਦੇ ਇੱਦਾਂ ਕਵੇ ਇਹ ਤਾਂ ਕਿਹਾ ਜਾਂਦਾ ਹੈ ਜਦੋਂ ਅਸੀਂ ਕਿਸੇ ਗੱਲ ਬਾਰੇ ਭੰਬਲ ਭੂਸੇ ਵਿੱਚ ਪਈ ਹੋਈਏ ਤੇ ਸਾਨੂੰ ਗੱਲ ਸਮਝ ਨਾ ਆਵੇ, ਤੇ ਜਾਂ ਅਸੀਂ ਬੜੇ ਹੈਰਾਨ ਹੋਈਏ ਵੀ ਸਾਨੂੰ ਵੀ ਇੱਕ ਗੱਲ ਸਮਝ ਨਾ ਆਵੇ, ਹੈਰਾਨ ਹੋਈਏ, ਤੇ ਤਾਂ ਅਸੀਂ ਕਹਿੰਦੇ ਵਾਈ ਔਨ ਅਰਥ ਆਰ ਯੂ ਡੂਇੰਗ ਲਾਈਕ ਦੈਟ, ਵੀ ਮੈਨੂੰ ਸਮਝ ਨਹੀਂ ਆ ਰਿਹਾ ਤੂੰ ਇਦਾਂ ਕਿਉਂ ਕਰ ਰਿਹਾ। ਸੋ ਕਹਿੰਦੇ ਵਾਈ ਔਨ ਅਰਥ ਵੁੱਡ ਯੂ ਨੀਡ ਟੂ ਬੋਰੋ $5,000, ਵੀ ਤੂੰ ਦੁਨੀਆ ਅਮਰੀਕਾ ਦੇ ਸਭ ਤੋਂ ਅਮੀਰ ਬੰਦਿਆਂ ਚੋਂ ਇੱਕ ਹੈਗਾ ਹੈ, ਵਾਈ ਔਨ ਅਰਥ ਵੁੱਡ ਯੂ ਨੀਡ ਟੂ ਬੋਰੋ $5,000, ਵਾਈ ਔਨ ਅਰਥ ਵੀ ਸਾਨੂੰ ਸਮਝ ਨਹੀਂ ਆ ਰਹੀ ਵੀ ਤੈਨੂੰ $5,000 ਉਧਾਰ ਲੈਣ ਦੀ ਕੀ ਲੋੜ ਪੈ ਗਈ। ਇਟ ਜਸਟ ਡਜ਼ਨਟ ਮੇਕ ਸੈਂਸ, ਇਹ ਕੋਈ ਗੱਲ ਬਣਦੀ ਨਜ਼ਰ ਨਹੀਂ ਆ ਰਹੀ ਵੀ ਤੂੰ ਲੱਖਾਂ ਪਤੀ ਕਰੋੜਾਂ ਪਤੀ, ਤੇਰੇ ਕੋਲ 2.5 ਲੱਖ ਦੀ ਫਰਾਰੀ ਤੇ ਤੇਰੇ ਕੋਲ ਇੰਨੀ ਦੌਲਤ ਹੈਗੀ ਹੈ ਤੇ ਤੂੰ ਸਾਡੇ ਕੋਲ $5,000 ਉਧਾਰ ਲੈਣ ਆਇਆ ਹੈ 2 ਹਫ਼ਤਿਆਂ ਲਈ। ਕਹਿੰਦੇ ਇਟ ਜਸਟ ਡਜ਼ਨਟ ਮੇਕ ਸੈਂਸ, ਇਹ ਗੱਲ ਨਾ ਕੋਈ ਜੋੜ ਮੇਲ ਬਣਦਾ ਨਹੀਂ ਹੈਗਾ, ਇਹ ਗੱਲ ਕੋਈ ਬਣਦੀ ਨਹੀਂ ਹੈਗੀ। ਥਾਮਸ ਸਮਾਈਲਡ, ਥਾਮਸ ਮੁਸਕਰਾਇਆ, ਪਿਕਡ ਅਪ ਦ ਕੀਜ਼ ਫਰੋਮ ਦੀ ਕਾਊਂਟਰ ਤੋਂ ਚਾਬੀਆਂ ਚੱਕੀਆਂ, ਐਂਡ ਸੈਡ, ਅਤੇ ਕਿਹਾ, ਕੈਨ ਯੂ ਟੈਲ ਮੀ ਅਨਦਰ ਵੇ, ਕੀ ਤੁਸੀਂ ਮੈਨੂੰ ਕੋਈ ਦੂਜਾ ਢੰਗ ਦੱਸ ਸਕਦੇ ਹੋ। ਆਈ ਕੁਡ ਹੈਵ ਪਾਰਕਡ ਮਾਈ ਨਿਊ ਫਰਾਰੀ ਇਨ ਦੀ ਮਿਡਲ ਆਫ ਨਿਊਯਾਰਕ ਸਿਟੀ ਫॉर 2 ਵੀਕਸ ਫॉर ਜਸਟ $15। ਕਹਿੰਦੇ ਤੁਸੀਂ ਮੈਨੂੰ ਕੋਈ ਐਸਾ ਢੰਗ ਦੱਸ ਸਕਦੇ ਹੋ ਜਿਹਦੇ ਰਾਹੀਂ ਸਿਰਫ $15 ਦੇ ਲਈ ਮੈਂ 2 ਹਫ਼ਤਿਆਂ ਵਾਸਤੇ ਆਪਣੀ ਜਿਹੜੀ ਫਰਾਰੀ ਮਹਿੰਗੀ $2.5 ਲੱਖ ਦੀ ਹੈ ਨਿਊਯਾਰਕ ਸ਼ਹਿਰ ਦੇ ਵਿਚਕਾਰ ਕਿਤੇ ਸਿਰਫ $15 ਲਈ 2 ਹਫ਼ਤੇ ਲਈ ਪਾਰਕ ਕਰ ਸਕਦਾ ਸੀਗਾ, ਐਂਡ ਸਟਿਲ ਐਕਸਪੈਕਟ ਟੂ ਗੈਟ ਇਟ ਬੈਕ ਇਨ ਟੌਪ ਕੰਡੀਸ਼ਨਸ, ਅਤੇ ਇਹ ਆਸ ਰੱਖਦਾ ਕਿ ਮੈਨੂੰ ਉਸੇ ਸਿਖਰਲੀ ਹਾਲਤ ਵਿੱਚ ਨਵੀਂ ਨਕੋਰ ਜਿੱਦਾਂ ਮੈਂ ਛੱਡ ਕੇ ਜਾ ਰਿਹਾ ਟੌਪ ਕੰਡੀਸ਼ਨ ਵਿੱਚ ਮੈਨੂੰ ਮੁੜ ਕੇ ਵਾਪਸ ਮਿਲ ਜਾਵੇਗੀ। ਕਿਉਂਕਿ ਬੱਚੋ ਨਿਊਯਾਰਕ ਵਿੱਚ ਬੜਾ ਕ੍ਰਾਈਮ ਹੈਗਾ, ਚੋਰੀਆਂ ਚਕਾਰੀਆਂ ਤੇ ਤਾਂ ਕਾਰਾਂ ਇੱਕ ਦੂਜੇ ਨੂੰ ਡੈਮੇਜ ਵੀ ਕਰ ਦਿੰਦੇ ਨੇ, ਠੀਕ ਹੈ। ਕਹਿੰਦੇ ਵਿਦ ਦੈਟ, ਤੇ ਕਹਿੰਦੇ ਇਦਾਂ ਕਹਿੰਦੇ ਹੋਏ ਇਹਦੇ ਨਾਲ ਹੀ ਥਾਮਸ ਵਾਕਡ ਆਊਟ ਆਫ ਦੀ ਡੋਰ, ਜਿਹੜਾ ਥਾਮਸ ਸੀ ਉਹ ਦਰਵਾਜ਼ੇ ਚੋਂ ਬਾਹਰ ਨਿਕਲ ਗਿਆ ਬੈਂਕ ਦੇ, ਐਂਡ ਦੀ ਲੋਨ ਆਫਿਸਰ ਸਮਾਈਲਡ ਅ ਬਿਗਰ ਸਮਾਈਲ, ਜਿਹੜਾ ਲੋਨ ਆਫਿਸਰ ਸੀਗਾ ਉਹਦੀ ਜਿਹੜੀ ਮੁਸਕਰਾਹਟ ਸੀ ਉਹ ਹੋਰ ਵੱਡੀ ਹੋ ਗਈ, ਮਤਲਬ ਕਿ ਉਹਦੀ ਸਮਾਰਟਨੈਸ ਤੇ ਉਹਦੀ ਲੇਟਰਲ ਥਿੰਕਿੰਗ ਤੇ ਉਹਦੇ ਦਿਮਾਗ ਤੇ ਉਹਦੇ ਚਿਹਰੇ ਦੀ ਮੁਸਕਾਨ ਹੋਰ ਵੱਡੀ ਹੋ ਗਈ ਕਿ ਉਹ ਬੰਦੇ ਨੇ ਅਸਲ ਵਿੱਚ $5,000 ਨਹੀਂ ਲਏ ਸੀਗੇ, ਉਹਨੇ ਬੈਂਕ ਦੀ ਜਿਹੜੀ ਅੰਡਰਗਰਾਊਂਡ ਗਰਾਜ ਸੀ ਉਹਨੂੰ ਸਿਰਫ $15 ਲਈ, ਜਿਹੜੇ ਕਿ ਬੱਚੇ ਉੱਥੇ ਨਿਊਯਾਰਕ ਸ਼ਹਿਰ ਵਿੱਚ ਮੇਰੇ ਕੋਲ $15 1 ਘੰਟੇ ਦੇ ਲੱਗ ਜਾਂਦੇ ਨੇ, 1 ਘੰਟੇ ਦੇ ਤੁਹਾਨੂੰ $15 ਸ਼ਾਇਦ ਦੇਣੇ ਪੈ ਜਾਣ ਫਰਾਰੀ ਨੂੰ ਪਾਰ ਕਰਨ ਦੇ ਕਿਤੇ ਸ਼ਹਿਰ ਦੇ ਸੰਘਣੇ ਸ਼ਹਿਰ ਦੇ ਵਿੱਚ, ਤੇ ਉਹਨੇ 2 ਹਫ਼ਤਿਆਂ ਲਈ ਸਿਰਫ $15 ਲਈ ਆਪਣੀ ਕਾਰ ਉੱਥੇ ਰੱਖ ਦਿੱਤੀ। ਸੋ ਸਮਾਈਲ ਅ ਬਿਗਰ ਸਮਾਈਲ। ਅੱਗੇ ਦੇਖੀਏ, ਫਿਰ ਉਹਨੂੰ ਸਮਝਾਉਂਦਾ ਹੈ, ਹੁਣ ਰਾਈਟਰ ਇਹ ਕਹਾਣੀ ਖਤਮ ਹੋ ਗਈ ਹੈ, ਹੁਣ ਜਿਹੜਾ ਲਿਖਾਰੀ ਹੈ ਸਾਨੂੰ ਦੱਸਦਾ ਹੈ, ਕਹਿੰਦੇ ਐਗਜ਼ਾਮਪਲਸ ਆਫ ਐਪਲੀਕੇਸ਼ਨਸ ਆਫ ਲੇਟਰਲ ਔਰ ਨॉन ਲੀਨੀਅਰ ਥਿੰਕਿੰਗ। ਇਹਦੀ ਨॉन ਲੀਨੀਅਰ ਥਿੰਕਿੰਗ ਹੈ ਅਰੇਖੀ, ਲੀਨੀਅਰ ਮੈਨੇ ਇੱਕ ਲਾਈਨ ਤੇ ਤੁਰਨ ਵਾਲੀ, ਨॉन ਲੀਨੀਅਰ ਮੈਨੇ ਇੱਕ ਲਾਈਨ ਤੇ ਨਾ ਤੁਰਨ ਵਾਲੀ, ਤੇ ਲੇਟਰਲ ਮੈਨੇ ਇੱਕ ਪਾਸੇ ਤੇ ਹੋ ਕੇ ਜਾਣ ਵਾਲੀ, ਦੋਨਾਂ ਦਾ ਇੱਕੋ ਹੀ ਮਤਲਬ ਹੈ। ਕਹਿੰਦੇ ਜਿਹੜੀ ਇੱਕ ਪਾਸੇ ਹੋ ਕੇ ਸੋਚਣਾ, ਇਹ ਜਿਹੜੀ ਸੋਚ ਹੈਗੀ ਏ, ਇਹਦੀ ਜਿਹੜੀ ਐਪਲੀਕੇਸ਼ਨਸ ਹੈ, ਇਹਨੂੰ ਲਾਗੂ 'ਚ ਲਿਆਉਣ ਵਾਲੇ ਜਿਹੜੇ ਮਿਸਾਲਾਂ ਨੇ, ਉਦਾਹਰਣ ਨੇ, ਅਬਾਊਂਡ ਇਨ ਸੈਵਰਲ ਫੀਲਡਸ, ਅਬਾਊਂਡ ਮੈਨੇ ਭਰੀਆਂ ਪਈਆਂ ਨੇ, ਸੈਵਰਲ ਫੀਲਡਸ ਮੈਨੇ ਕਈ ਖੇਤਰਾਂ ਵਿੱਚ ਇਹੋ ਜਿਹੇ ਉਦਾਹਰਣ ਸਾਨੂੰ ਕਿੰਨੇ ਹੀ ਮਿਲ ਜਾਂਦੇ ਨੇ, ਭਰੇ ਪਏ ਨੇ, ਅਬਾਊਂਡ ਮੈਨੇ ਭਰੇ ਪਏ ਨੇ ਇਹੋ ਜਿਹੇ ਉਦਾਹਰਣ। ਕਹਿੰਦੇ ਇਨ ਕ੍ਰਿਕਟ ਦੇ ਵਿੱਚ ਕੈਰੀ ਪੈਕਰ, ਕੋਈ ਬੰਦਾ ਹੋਣਾ ਹੈ ਕ੍ਰਿਕਟ ਨਾਲ ਜੁੜਿਆ, ਕੈਰੀ ਪੈਕਰ ਇੰਟਰੋਡਿਊਸ ਡੇ ਨਾਈਟ ਮੈਚਿਸ ਐਂਡ ਕਲਰਫੁਲ ਬਾਲਸ ਐਂਡ ਕਲੋਥਿੰਗ। ਕਹਿੰਦੇ ਕੈਰੀ ਪੈਕਰ ਨੇ ਡੇ ਨਾਈਟ ਰਾਤ ਦਿਨ ਦੇ ਮੈਚ, ਰੰਗ ਬਰੰਗੀਆਂ ਗੇਂਦਾਂ ਤੇ ਰੰਗ ਬਰੰਗੇ ਕੱਪੜੇ, ਉਹਨੇ ਉਹਦਾ ਪ੍ਰਵੇਸ਼ ਕ੍ਰਿਕਟ ਦੇ ਵਿੱਚ ਕਰਵਾ ਦਿੱਤਾ। ਆ ਡਿਪਾਰਚਰ ਫਰੋਮ ਟ੍ਰੈਡੀਸ਼ਨ, ਜੋ ਕਿ ਰਵਾਇਤ ਤੋਂ ਹਟ ਕੇ ਸੀ, ਡਿਪਾਰਚਰ ਮੈਨੇ ਹਟ ਕੇ, ਟ੍ਰੈਡੀਸ਼ਨ ਮੈਨੇ ਜੋ ਰਿਵਾਜ ਸੀਗਾ, ਰਵਾਇਤ ਸੀ, ਉਹ ਤੋਂ ਹਟ ਕੇ ਸੀ। ਦੈਟ ਬਿਕੇਮ ਸੋ ਸਕਸੈਸਫੁਲ, ਪਰ ਇਹ ਉਹਦਾ ਇੱਦਾਂ ਕਰਨਾ ਇੰਨਾ ਕਾਮਯਾਬ ਹੋਇਆ ਦੈਟ ਦੀ ਹੋਲ ਵਰਲਡ ਆਫ ਕ੍ਰਿਕਟ ਅਡੋਪਟਡ ਇਟ, ਕਿ ਕ੍ਰਿਕਟ ਦੀ ਸਾਰੀ ਦੁਨੀਆ ਨੇ ਇਸ ਨੂੰ ਅਪਣਾ ਲਿਆ, ਇਹਨੂੰ ਜੀ ਆਇਆ ਕਿਹਾ। ਆਸਟ੍ਰੇਲੀਆ ਰੀਸੈਂਟਲੀ ਐਕਸਪੈਰੀਮੈਂਟਡ ਵਿਦ 2 ਡਿਫਰੈਂਟ ਕੈਪਟਨਸ ਫॉर ਦੀ ਟੈਸਟ। ਪਿੱਛੇ ਜੇ ਆਸਟ੍ਰੇਲੀਆ ਨੇ ਇੱਕ ਮੈਚ ਵਾਸਤੇ, ਇੱਕ ਟੈਸਟ ਵਾਸਤੇ 2 ਵੱਖ-ਵੱਖ ਕਪਤਾਨਾਂ ਦਾ ਤਜਰਬਾ ਕੀਤਾ, ਐਂਡ 1 ਡੇ ਮੈਚਿਸ, ਅਤੇ ਇੱਕ ਦਿਨ ਦੇ ਮੈਚਾਂ ਲਈ ਵੀ ਤਜਰਬਾ ਕੀਤਾ। ਕਹਿੰਦੇ ਨਾਓ ਡੇਜ਼ ਦੀ T20 ਮੈਚਿਸ, T20 ਮੈਨੇ ਟੈਸਟ ਮੈਚ ਆਫ 20 ਓਵਰ ਸ਼ਾਇਦ ਹੁੰਦਾ, T20 ਮੈਚਿਸ ਹੈਵ ਬਿਕਮ ਅ ਰੇਜ,
ਰੇਜ ਬੱਚੇ ਹੁੰਦਾ, ਰੇਜ ਦਾ ਮਤਲਬ ਹੁੰਦਾ ਗੁੱਸਾ ਵੀ ਹੁੰਦਾ ਹੈ ਤੇ ਗੁੱਸਾ, ਪਰ ਇਹ ਰੇਜ ਜਿਹੜੇ ਇੱਕ ਮੁਹਾਵਰਾ ਹੈ, ਰੇਜ ਮੈਨੇ ਇਹ ਮਤਲਬ ਕਿ ਤਰਥੱਲੀ ਮਚਾਈ ਹੋਈ ਹੈ ਇਹਨੇ, ਕਿ ਅਰਥਾਤ ਇਹ ਪੂਰਾ ਫੈਸ਼ਨ ਚ ਹੈਗਾ, ਇਹ ਬੜਾ ਹਰਮਨ ਪਿਆਰਾ ਹੋ ਗਿਆ। ਸੋ ਇਟ ਹੈਜ਼ ਬਿਕਮ ਅ ਰੇਜ, ਅਰਥਾਤ ਇਹ ਬੜਾ ਪਪੂਲਰ ਹੋ ਗਿਆ ਇਹ ਵਾਲਾ ਜੋ ਸਿਸਟਮ ਸੀਗਾ। ਇਹ ਸਾਰੀ ਨਵੀਆਂ ਗੱਲਾਂ ਸੀਗੀਆਂ। ਲੇਟਰਲ ਥਿੰਕਿੰਗ ਦੀ ਉਦਾਹਰਨ ਦਿੱਤੀ ਉਹਨੇ ਕ੍ਰਿਕਟ ਵਿੱਚ। ਕਹਿੰਦੇ ਲੇਟਰਲ ਥਿੰਕਿੰਗ ਐਕਸਪਰਟ ਐਡਵਰਡ ਡੀ ਬੋਨੋ, ਜੋ ਲੇਟਰਲ ਥਿੰਕਿੰਗ ਦਾ ਮਾਹਰ ਹੈਗਾ ਐਡਵਰਡ ਡੀ ਬੋਨੋ, ਸੇਜ਼, ਉਹ ਕਹਿੰਦਾ ਹੈ ਵਿਦ ਲੌਜਿਕ ਦਲੀਲ ਦੇ ਨਾਲ, ਯੂ ਸਟਾਰਟ ਵਿਦ ਸਰਟਨ ਇਨਗਰੀਡੀਐਂਟਸ, ਤੁਸੀਂ ਕਿਸੇ ਖਾਸ ਮਿੱਥੀ ਹੋਈ ਸਮੱਗਰੀ ਦੇ ਨਾਲ ਅੱਗੇ ਵਧਦੇ ਹੋ ਵੀ ਇਹ ਸਮੱਗਰੀ ਹੈ, ਇਹਦੇ ਨਾਲ ਹੀ ਕਰਨਾ ਜੋ ਕੁਝ ਕਰਨਾ ਹੈ। ਪਰ ਲੇਟਰਲ ਥਿੰਕਿੰਗ ਉਹ ਤੋਂ ਬਾਹਰ ਹੋ ਕੇ ਸੋਚਦੀ ਹੈ। ਜਸਟ ਐਜ਼ ਇਨ ਚੈਸ ਯੂ ਸਟਾਰਟ ਆਊਟ ਵਿਦ ਗਿਵਨ ਪੀਸਿਸ, ਜਿਵੇਂ ਕਿ ਸ਼ਤਰੰਜ ਦੇ ਵਿੱਚ ਤੁਸੀਂ ਦਿੱਤੇ ਹੋਏ ਪਿਆਦਿਆਂ ਦੇ ਨਾਲ, ਜੋ ਤੁਹਾਡੇ ਪਿਆਦੇ ਹੈਗੇ ਨੇ, ਇਹਨੇ ਘੋੜੇ ਹੈ, ਰਾਣੀ ਹੈ, ਇਹ ਸਿਪਾਹੀ ਨੇ, ਉਹਨਾਂ ਤੁਸੀਂ ਖੇਡ ਸ਼ੁਰੂ ਕਰਦੇ ਹੋ। ਬਟ ਵਟ ਆਰ ਦੋਜ਼ ਪੀਸਿਸ, ਪਰ ਉਹ ਪਿਆਦੇ ਕਿਹੜੇ ਨੇ? ਇਨ ਮੋਸਟ ਰੀਅਲ ਲਾਈਫ ਸਿਚੁਏਸ਼ਨਸ, ਕਹਿੰਦੇ ਜ਼ਿੰਦਗੀ ਦੀ, ਅਸਲ ਜ਼ਿੰਦਗੀ ਦੇ ਹਾਲਾਤ ਵਿੱਚ ਜ਼ਿਆਦਾਤਰ ਕੀ ਹੁੰਦਾ ਹੈ, ਦੀ ਪੀਸਿਸ ਆਰ ਨਾਟ ਗਿਵਨ, ਉਹ ਪਿਆਦੇ ਦਿੱਤੇ ਨਹੀਂ ਗਏ ਹੁੰਦੇ। ਜਸਟ ਐਜ਼ਿਊਮ ਦੇ ਆਰ ਦੇਅਰ, ਤੁਹਾਨੂੰ ਸਿਰਫ ਉਹਦੀ ਕਲਪਨਾ ਕਰਨੀ ਪੈਂਦੀ ਕਿ ਇੱਥੇ ਹੈਗੇ ਨੇ, ਵੀ ਇਹ ਸੰਭਾਵਨਾਵਾਂ ਹੈਗੀਆਂ ਨੇ, ਇਹ ਪਿਆਦਾ ਹੈ, ਇਹ ਮੂਵ ਮੈਂ ਇਦਾਂ ਚੱਲ ਸਕਦਾ, ਇਹ ਕਦਮ ਮੈਂ ਇਦਾਂ ਪੁੱਟ ਸਕਦਾ। ਵੀ ਐਜ਼ਿਊਮ ਸਰਟਨ ਪਰਸੈਪਸ਼ਨ, ਅਸੀਂ ਕਿਸੇ ਸਮਝ ਨੂੰ, ਕਿਸੇ ਮਿੱਥੀ ਹੋਈ ਸਮਝ ਨੂੰ ਉਹਦੀ ਕਲਪਨਾ ਕਰਦੇ ਹਾਂ, ਉਹਨੂੰ ਮੰਨਦੇ ਹਾਂ। ਕਨਸੈਪਟਸ, ਵਿਚਾਰ ਨੂੰ, ਐਂਡ ਬਾਉਂਡਰੀਜ਼, ਅਤੇ ਹੱਦਬੰਦੀਆਂ ਨੂੰ। ਸੋ ਇਹ ਹਰ ਪੱਖ ਤੋਂ ਸੋਚੀਦਾ, ਉਹਦੇ ਵਿੱਚ ਕੁਝ ਅਸੀਂ ਮਹਿਸੂਸ ਕਰਦੇ ਹਾਂ, ਕੁਝ ਵਿਚਾਰ ਦਾ ਵਰਤੋਂ ਕਰਦੇ ਹਾਂ, ਤੇ ਕੁਝ ਹੱਦਬੰਦੀਆਂ ਜਿਹੜੀਆਂ ਨੇ ਉਹਨਾਂ ਨੂੰ ਲੈ ਕੇ ਚੱਲਦੇ ਹਾਂ। ਫਿਰ ਕਹਿੰਦਾ ਵਨ ਇਜ਼ ਆਲਵੇਜ਼ ਕਨਫਿਊਜ਼ਿੰਗ ਕੰਡੀਸ਼ਨਡ ਥਿੰਕਿੰਗ ਵਿਦ ਕ੍ਰੀਏਟਿਵ ਥਿੰਕਿੰਗ, ਕਹਿੰਦੇ ਬੰਦੇ ਹਮੇਸ਼ਾ ਜਿਹੜੇ ਨੇ ਉਹ ਕੰਡੀਸ਼ਨਡ ਥਿੰਕਿੰਗ, ਅਰਥਾਤ ਜਿੱਦਾਂ ਤੁਹਾਨੂੰ ਪੜ੍ਹਾ ਦਿੱਤਾ ਗਿਆ ਹੈ, ਜਿੱਦਾਂ ਟ੍ਰੇਨ ਕਰ ਦਿੱਤਾ ਗਿਆ ਕਿ ਉਹ ਜਿਹਨੂੰ ਅਸੀਂ ਆਮ ਤੌਰ ਤੇ ਫੈਕਟਰੀ ਵਿੱਚ ਕਹਿੰਦੇ ਹਾਂ SOP, ਸਟੈਂਡਰਡ ਆਪਰੇਟਿੰਗ ਪ੍ਰੋਸੀਜਰਸ। ਬੱਚੇ ਉਹ ਫੈਕਟਰੀ ਵਿੱਚ ਤੇ ਚੱਲ ਜਾਂਦਾ ਹੈ ਜਿੱਥੇ ਵੀ ਕੋਈ ਐਕਸੀਡੈਂਟ ਦਾ ਖਤਰਾ ਨਾ ਹੋਵੇ, ਕਿਸੇ ਨੂੰ ਸੱਟ ਲੱਗਣ ਦਾ ਖਤਰਾ ਨਾ ਹੋਵੇ ਜਾਂ ਕੋਈ ਨੁਕਸਾਨ ਨਾ ਹੋਵੇ। ਪਰ ਜਦੋਂ ਅਸੀਂ ਕਿਤੇ ਜੰਗਲ 'ਚ ਫਸ ਗਏ ਹਾਂ, ਕਿਤੇ ਅਸੀਂ ਪਹਾੜ ਵਿੱਚ ਫਸ ਗਏ ਹਾਂ, ਜਾਂ ਜਿਵੇਂ ਮੈਂ ਜਹਾਜ਼ ਤੇ ਕੰਮ ਕੀਤਾ ਤੇ ਅਸੀਂ ਤੂਫਾਨ 'ਚ ਫਸ ਜਾਈਦਾ ਸੀਗਾ, ਧੁੰਦ ਵਿੱਚ ਫਸ ਜਾਈਦਾ ਸੀ, ਇਹੋ ਜਿਹੀ ਸਿਚੁਏਸ਼ਨ 'ਚ ਫਸ ਜਾਈਦਾ ਸੀਗਾ ਜਿੱਥੇ ਸਾਨੂੰ ਹਟ ਕੇ ਸੋਚਣਾ ਪੈਂਦਾ ਸੀਗਾ, ਕੇਵਲ ਜੁਗਾੜ ਨਾਲ ਕੰਮ ਕਰਨਾ ਪੈਂਦਾ। ਵਿੱਚ ਸਮੁੰਦਰ ਤੇ ਫਸ ਗਏ ਹਾਂ, ਹੁਣ ਕੰਪਨੀ ਵੱਲੋਂ ਕੋਈ ਬੰਦਾ ਤੇ ਆ ਨਹੀਂ ਸਕਦਾ, ਨਾ ਹੀ ਕੋਈ ਸਾਨੂੰ ਹੈਲੀਕਾਪਟਰ ਰਾਹੀਂ ਕੋਈ ਪੁਰਜਾ ਮਿਲ ਸਕਦਾ। ਸੋ ਜੋ ਸਾਡੇ ਕੋਲ ਹੈ ਅਸੀਂ ਉਸ ਹਿਸਾਬ ਦੇ ਨਾਲ ਸੋਚ ਕੇ ਆਪਣਾ ਕੋਈ ਜੁਗਾੜ ਕਰਨਾ ਹੈ ਤੇ ਉਸ ਮੁਸੀਬਤ ਚੋਂ ਬਾਹਰ ਨਿਕਲਣਾ। ਸੋ ਜਦੋਂ ਸਭ ਠੀਕ ਚੱਲ ਰਿਹਾ ਹੁੰਦਾ ਤਦ ਤੇ ਕੰਡੀਸ਼ਨਡ ਥਿੰਕਿੰਗ ਚੱਲ ਸਕਦੀ ਹੈ, ਪਰ ਜਦੋਂ ਬੰਦਾ ਕਿਸੇ ਇਹੋ ਜਿਹੀ ਟੇਢੀ ਹਾਲਤ ਵਿੱਚ ਫਸ ਜਾਂਦਾ ਫਿਰ ਕ੍ਰੀਏਟਿਵ ਥਿੰਕਿੰਗ ਕੰਮ ਆਉਂਦੀ ਹੈਗੀ ਹੈ। ਸੋ ਵਨ ਇਜ਼ ਆਲਵੇਜ਼ ਕਨਫਿਊਜ਼ਿੰਗ ਕੰਡੀਸ਼ਨ ਥਿੰਕਿੰਗ ਵਿਦ ਕ੍ਰੀਏਟਿਵ ਥਿੰਕਿੰਗ, ਕਹਿੰਦੇ ਬੰਦੇ ਹਮੇਸ਼ਾ ਜਿਹੜੀ ਕੰਡੀਸ਼ਨ ਥਿੰਕਿੰਗ ਹੈਗੀ ਹੈ, ਕੰਡੀਸ਼ਨ ਥਿੰਕਿੰਗ ਹੁੰਦੀ ਹੈ ਜਿੱਦਾਂ ਕੰਡੀਸ਼ਨਿੰਗ ਕਰਾ ਦਿੱਤੀ ਗਈ ਹੈ, ਉਹਨੂੰ ਕਹਿ ਦਿੱਤਾ ਗਿਆ ਵੀ ਇਹ ਪਹਿਲੇ ਨੰਬਰ ਤੇ ਇਹ ਕਰਨਾ, ਦੂਜੇ ਨੰਬਰ ਤੇ ਇਹ ਕਰਨਾ, ਤੀਜੇ ਨੰਬਰ ਤੇ, ਚੌਥੇ ਤੇ ਇੱਦਾਂ ਦਾ ਕਰਨਾ, ਤੂੰ ਇਹ ਤੋਂ ਇਲਾਵਾ ਹੋਰ ਕੁਝ ਨਹੀਂ ਕਰਨਾ, ਉਹਨੂੰ ਕਿਹਾ ਜਾਂਦਾ ਕੰਡੀਸ਼ਨ ਥਿੰਕਿੰਗ। ਤੇ ਕ੍ਰੀਏਟਿਵ ਥਿੰਕਿੰਗ ਹੁੰਦੀ ਹੈ ਰਚਨਾਤਮਕ, ਜੇ ਚ ਬੰਦਾ ਆਪਣੇ ਵੱਲੋਂ ਕੋਈ ਨਿਵੇਕਲਾ ਵਿਚਾਰ, ਨਿਵੇਕਲੀ ਗੱਲ ਕਰਦਾ ਹੈ, ਠੀਕ ਹੈ, ਉਹ ਦੋਨਾਂ ਨੂੰ, ਇਹ ਦੋਨਾਂ 'ਚ ਫਰਕ ਹੈਗਾ। ਕਹਿੰਦੇ ਡੀ ਬੋਨੋ ਐਕਸਪਲੇਨਸ ਦੈਟ ਲੇਟਰਲ ਥਿੰਕਿੰਗ ਇਜ਼ ਕੰਸਰਨਡ ਨਾਟ ਵਿਦ ਪਲੇਇੰਗ ਵਿਦ ਦੀ ਐਗਜ਼ਿਸਟਿੰਗ ਪੀਸਿਸ। ਕਹਿੰਦੇ ਡੀ ਬੋਨੋ ਇਸ ਗੱਲ ਨੂੰ, ਇਹਦੀ ਵਿਆਖਿਆ ਕਰਦਾ ਹੈ, ਸਮਝਾਉਂਦਾ ਹੈ ਕਿ ਜਿਹੜੀ ਲੇਟਰਲ ਥਿੰਕਿੰਗ ਹੈਗੀ ਏ ਉਹਦਾ ਤਾਲੁਕ ਜਿਹੜਾ ਹੈ ਉਹ ਐਗਜ਼ਿਸਟਿੰਗ ਜਿਹੜੇ ਮੌਜੂਦਾ ਪਿਆਦੇ ਨੇ, ਮੌਜੂਦਾ ਪੀਸ ਨੇ, ਉਹਨਾਂ ਨਾਲ ਖੇਡਣ ਦੇ ਨਾਲ ਇਹਦਾ ਕੋਈ ਤਾਲੁਕ ਨਹੀਂ ਹੈਗਾ। ਬਟ ਵਿਦ ਸੀਕਿੰਗ ਟੂ ਚੇਂਜ ਦੀਜ਼ ਵੈਰੀ ਪੀਸਿਸ, ਪਰ ਉਹਦਾ ਤਾਲੁਕ ਇਸ ਗੱਲ ਨਾਲ ਹੈ ਕਿ ਉਹ ਪੀਸਾਂ ਨੂੰ ਬਦਲਣ ਵਾਲੇ ਪਾਸੇ ਤੁਰਿਆ ਜਾਵੇ, ਕਿ ਇਹ ਪੀਸ ਹਟਾ ਕੇ ਕੋਈ ਦੂਜੇ ਪੀਸ ਲਿਆਂਦੇ ਜਾਣ, ਦੂਜੇ ਪਿਆਦੇ ਲੈਣੇ ਜਾਣ। ਇਟ ਇਜ਼ ਕੰਸਰਨਡ ਵਿਦ ਦੀ ਪਰਸੈਪਸ਼ਨ ਪਾਰਟ ਆਫ ਥਿੰਕਿੰਗ, ਕਹਿੰਦੇ ਇਹਦੇ ਵਿੱਚ ਜਿਹੜੀ ਵਿਚਾਰ ਹੈ ਉਹਦੇ ਵਿੱਚ ਜੋ ਮਹਿਸੂਸ ਕੀਤਾ ਜਾਂਦਾ, ਜਿਵੇਂ ਗਟ ਫੀਲਿੰਗ, ਮੈਨੂੰ ਇਦਾਂ ਲੱਗਿਆ, ਮੈਨੂੰ ਇਦਾਂ ਮਹਿਸੂਸ ਹੋਇਆ, ਮੈਨੂੰ ਇਦਾਂ, ਇਹਦੇ ਵਿੱਚ ਬੱਚਿਓ ਕਈ ਚੀਜ਼ਾਂ ਕੰਮ ਕਰਦੀਆਂ, ਤੁਹਾਡਾ ਤਜਰਬਾ ਵੀ ਕੰਮ ਕਰਦਾ ਹੈ, ਤੇ ਤੁਸੀਂ ਕਿੰਨੇ ਸ਼ਾਂਤਚਿੱਤ ਹੈਗੇ ਹੋ, ਤੇ ਤੁਸੀਂ ਇਹੋ ਜਿਹਾ ਤੁਹਾਨੂੰ ਕਿੰਨਾ ਕੁ ਤਜਰਬਾ ਹੈਗਾ। ਮੇਰੇ ਜਹਾਜ਼ ਤੇ ਵੀ ਇੱਦਾਂ ਦੀ ਕੀ ਮੁਸ਼ਕਿਲਾਂ ਹੋਈਆਂ ਕਿ ਅਸੀਂ ਉਹਨੂੰ ਹੱਲ ਕੀਤਾ ਖੜੇ ਪੈਰ ਕੋਈ, ਪਰ ਉਹਦੇ ਵਿੱਚ ਸਾਡਾ ਪਿੱਛੇ ਜੋ ਅਸੀਂ ਪੜ੍ਹਾਈ ਕੀਤੀ ਹੁੰਦੀ ਉਹ ਵੀ ਜ਼ਰੂਰ ਕੰਮ ਆਉਂਦੀ ਹੈਗੀ ਹੈ। ਸੋ ਉਹਦੇ ਨਾਲ ਸਾਡਾ ਦਿਮਾਗ ਉਸ ਤਰ੍ਹਾਂ ਕੰਮ ਕਰਦਾ ਹੈ। ਕਹਿੰਦੇ ਥਿੰਕਿੰਗ ਦਾ ਜੋ ਪਰਸੈਪਸ਼ਨ ਪਾਰਟ ਹੈ, ਜੋ ਮਹਿਸੂਸ ਕਰਨ ਵਾਲਾ ਅੰਸ਼ ਹੈਗਾ, ਇਹਦੇ ਵਿੱਚ ਉਹਨਾਂ ਤਾਲੁਕ ਹੁੰਦਾ ਹੈ। ਤੇ ਇਹ ਇੱਥੇ ਖਤਮ ਹੋ ਗਿਆ। ਹੁਣ ਇਹਦੇ ਵਿੱਚ ਬ੍ਰੈਕਟ 'ਚ ਦੱਸਿਆ ਹੋਇਆ ਹੈ ਅਡਾਪਟਡ ਫਰੋਮ ਐਨ ਆਰਟੀਕਲ ਔਨ ਲੇਟਰਲ ਥਿੰਕਿੰਗ ਇਨ www.livepositive.com, ਇਹ ਵੈਬਸਾਈਟ ਹੈ। ਕਹਿੰਦੇ ਉਹਦੇ ਤੋਂ ਇਹ ਆਰਟੀਕਲ ਜਿਹੜਾ ਹੈ ਉਹ ਤੋਂ ਇਹਨੂੰ ਲਿਆ ਗਿਆ ਹੈ, ਅਡਾਪਟਡ ਬਣੇ ਉਹ ਤੋਂ ਇਹਨੂੰ ਐਡਜਸਟ ਕੀਤਾ ਗਿਆ। ਐਡਵਰਡ ਡੀ ਬੋਨੋ ਵਾਜ਼ ਅ ਪ੍ਰੋਫੈਸਰ ਐਟ ਆਕਸਫੋਰਡ, ਉਹ ਆਕਸਫੋਰਡ ਵਿੱਚ ਪ੍ਰੋਫੈਸਰ ਸੀਗੇ। ਆ PhD, ਡਾਕਟਰ ਫਿਲਾਸਫੀ ਸੀਗੇ ਇਨ ਸਾਈਕੋਲੋਜੀ, ਮਨੋਵਿਗਿਆਨ ਵਿੱਚ ਉਹ ਡਾਕਟਰ ਦੀ ਫਿਲਾਸਫੀ ਦੀ ਡਿਗਰੀ ਕੀਤੀ ਹੋਈ ਸੀਗੀ।
ਹੀ ਰੋਟ ਮੋਰ ਦੈਨ 40 ਬੁੱਕਸ, 40 ਤੋਂ ਵੱਧ ਉਹਨੇ ਕਿਤਾਬਾਂ ਲਿਖੀਆਂ। ਹੀ ਇਜ਼ ਨੋਨ ਫॉर ਪ੍ਰੋਪੇਗੇਟਿੰਗ ਦੀ ਆਰਟ ਆਫ ਲੇਟਰਲ ਥਿੰਕਿੰਗ। ਉਹਨਾਂ ਨੂੰ ਇਸ ਲੇਟਰਲ ਥਿੰਕਿੰਗ ਦੀ ਜੋ ਕਲਾ ਹੈ ਉਹਦਾ ਉਹਨੂੰ ਪ੍ਰਚਾਰਿਤ ਕਰਨ ਲਈ, ਪ੍ਰੋਪੇਗੇਟ ਹੁੰਦਾ ਪ੍ਰਚਾਰਿਤ ਕਰਨਾ, ਉਹਦੇ ਪ੍ਰਚਾਰਿਤ ਕਰਨ ਲਈ ਉਹ ਜਾਣੇ ਜਾਂਦੇ ਹਨ। ਸੋ ਐਸੀ ਪਿਆਰੇ ਵਿਦਿਆਰਥੀਓ, ਤੁਹਾਡਾ ਬੜਾ ਹੀ ਵਧੀਆ, ਬੜਾ ਹੀ ਰੋਚਕ ਤੇ ਪ੍ਰੈਕਟੀਕਲੀ ਦਿਮਾਗ ਦੀ ਵਰਤੋਂ ਵਾਲਾ, ਨਾਲੇ ਤੁਹਾਡੇ ਗਿਆਨ 'ਚ ਵਾਧਾ ਕਰਨ ਵਾਲਾ ਇਹ ਲੈਸਨ ਸੀਗਾ। ਬੜਾ ਇੰਟਰਸਟਿੰਗ ਸੀਗਾ। ਮੈਨੂੰ ਵੀ ਨਵੀਂ ਗੱਲਾਂ ਸਿੱਖਣ ਨੂੰ ਮਿਲੀਆਂ, ਕਿਉਂਕਿ ਮੇਰੇ ਸਕੂਲ ਵਿੱਚ ਜਦ ਮੈਂ 12ਵੀਂ ਕੀਤੀ ਸੀ ਤਦ ਇਹ ਵਾਲਾ ਲੈਸਨ ਉਹਦੇ ਵਿੱਚ ਨਹੀਂ ਸੀਗਾ। ਸੋ ਇਸੀ ਬਹਾਨੇ ਤੁਹਾਡਾ ਵੀਡੀਓ ਤਿਆਰ ਕਰਨ ਲਈ ਮੈਨੂੰ ਇਹ ਲੈਸਨ ਨੂੰ ਪੜ੍ਹਨ ਨੂੰ ਮਿਲ ਗਿਆ ਤੇ ਮੈਨੂੰ ਵੀ ਕੁਛ ਨਵੀਂ ਗੱਲਾਂ ਦਾ ਪਤਾ ਲੱਗਿਆ। ਸੋ ਪਿਆਰੇ ਵਿਦਿਆਰਥੀਓ, ਤੁਸੀਂ ਇਸੇ ਤਰ੍ਹਾਂ ਨੇਮ ਦੇ ਨਾਲ, ਉਤਸ਼ਾਹ ਦੇ ਨਾਲ, ਲਗਨ ਦੇ ਨਾਲ ਆਪਣੀ ਪੜ੍ਹਾਈ ਕਰੀ ਚਲੋ ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।